ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਦੋਸਤੋ, ਤੁਸੀਂ ਸਾਰੇ ਜਾਣਦੇ ਹੋ ਕਿ ਯੂਕੇ ਸਪਾਊਸ ਵੀਜ਼ਾ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਕਿ ਲਿਬਰਲ ਹੈ। ਬੜਾ ਈਜ਼ਲੀ ਅਕੋਮੋਡੇਟ ਕੀਤਾ ਜਾਂਦਾ ਸਪਾਊਸ ਵੀਜ਼ਾ ਨੂੰ, ਪਰ ਫਿਰ ਵੀ ਕਈ ਵਾਰ ਸਪਾਊਸ ਵੀਜ਼ਾ 'ਚ ਰਿਜੈਕਸ਼ਨ ਦੇਖਣੀ ਪੈਂਦੀ ਆ ਕਈਆਂ ਨੂੰ। ਸੋ ਅੱਜ ਦੇ ਸ਼ੋਅ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਗਾਰੰਟੀਡ ਜੇ ਸਪਾਊਸ ਵੀਜ਼ਾ ਲੈਣਾ ਹੋਵੇ ਤਾਂ ਕਿਹੜੇ ਫੈਕਟਰ ਹੈ, ਜੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਤਾਂ ਆਲਮੋਸਟ ਗਾਰੰਟੀਡ ਹੈ ਕਿ ਸਪਾਊਸ ਵੀਜ਼ਾ ਮਿਲ ਜਾਏਗਾ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਇੰਡਸਟਰੀ ਦੇ ਐਕਸਪਰਟ, ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਜਗਪ੍ਰੀਤ ਜੀ, ਸਵਾਗਤ। ਥੈਂਕ ਯੂ ਦੀਪਕ ਜੀ, ਔਰ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜਗਪ੍ਰੀਤ ਜੀ, ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਸਪਾਊਸ ਵੀਜ਼ਾ ਦੇਖਦੇ ਹੋ? ਬਿਲਕੁਲ ਜੀ, ਸਪਾਊਸ ਦੇ ਉੱਤੇ ਜਦੋਂ ਆਪਾਂ ਗੱਲ ਕਰੀਏ ਤਾਂ ਆਲਮੋਸਟ ਜਦੋਂ ਯੂਕੇ ਸਟਾਰਟ ਹੋਇਆ 2012 ਤੋਂ ਬਾਅਦ ਜਦੋਂ 18 ਦੇ ਵਿੱਚ ਸਟਾਰਟ ਹੋਇਆ, ਫਰੋਮ ਦੈਟ ਟਾਈਮ ਆਪਾਂ ਸਪਾਊਸ ਦਾ 100% ਵੀਜ਼ਾ ਸਕਸੈਸ ਦੇਖ ਰਹੇ ਹਾਂ। ਬਟ ਨਾਲ ਦੀ ਨਾਲ ਆਪਾਂ ਕੁਝ ਕੈਂਡੀਡੇਟਸ ਨੂੰ ਮਿਲਦੇ ਵੀ ਆ ਜਿਹੜੇ ਕਈ ਹੋਰ ਕੰਸਲਟੈਂਟਸ ਤੋਂ ਅਪਲਾਈਡ ਨੇ। ਟਿਲ ਨਾਓ ਬ੍ਰੌਡਵੇ ਦਾ ਜਿਹੜਾ ਸਪਾਊਸ ਐਪਲੀਕੈਂਟ ਦਾ ਵੀਜ਼ਾ ਸਕਸੈਸ ਹੈ ਦੈਟ ਇਜ਼ 100%। ਸੋ ਸਾਨੂੰ ਸਟੂਡੈਂਟ ਆ ਕੇ ਮਿਲਦੇ ਨੇ, ਉਹਨਾਂ ਦੇ ਸਪਾਊਸ ਆ ਕੇ ਮਿਲਦੇ ਨੇ ਜਿਹੜੇ ਰਿਜੈਕਟਡ ਹੈ। ਸੋ ਅੱਜ ਆਪਾਂ ਜੋ ਇਹ ਪੁਆਇੰਟ ਰੱਖਿਆ ਹੈ ਡਿਸਕਸ਼ਨ ਦਾ, ਵੀ ਆਪਾਂ 100% ਸਕਸੈਸ ਕਿਸ ਤਰੀਕੇ ਨਾਲ ਅਚੀਵ ਕਰ ਸਕਦੇ ਹਾਂ। ਕਿਹੜੀਆਂ ਗਲਤੀਆਂ ਹੁੰਦੀਆਂ? ਕਿ ਉਹ ਕੰਸਲਟੈਂਟ ਦੀ ਜ਼ਿਆਦਾ ਗਲਤੀ ਹੁੰਦੀ ਹੈ, ਐਪਲੀਕੈਂਟ ਦੀ ਗਲਤੀ ਹੁੰਦੀ ਹੈ, ਕਿ ਉਹ ਕਵਰੇਬਲ ਹੁੰਦੀਆਂ? ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿਹੜੀਆਂ ਗਲਤੀਆਂ ਹੁੰਦੀਆਂ, ਕੰਸਲਟੈਂਟ ਦੀ ਗਲਤੀ, ਸਟੂਡੈਂਟ ਦੀ ਗਲਤੀ ਔਰ ਕਵਰ ਹੋਣ ਵਾਲੀ ਹੈ। ਇਹ ਤਿੰਨੋਂ ਹੀ ਪੁਆਇੰਟ ਇਨਵੋਲਵਡ ਹੈ ਜੀ। ਯੂਕੇ ਦੇ ਵਿੱਚ ਮੈਜੋਰਿਟੀ ਜਿਹੜੇ ਗ੍ਰੈਜੂਏਸ਼ਨ ਤੋਂ ਬਾਅਦ ਅਪਲਾਈ ਕਰਦੇ, ਮੈਜੋਰਿਟੀ ਕੇਸਿਸ 95% ਕੇਸਿਸ ਉਹ ਹੁੰਦੇ ਜਿਹੜੇ ਕਿ ਵਿਦ ਸਪਾਊਸ ਅਪਲਾਈ ਕਰਦੇ ਆਫਟਰ ਗ੍ਰੈਜੂਏਸ਼ਨ, ਕਿਉਂਕਿ +2 ਤੋਂ ਬਾਅਦ ਸਪਾਊਸ ਦਾ ਕੋਈ ਵੀ ਡਿਪੈਂਡੈਂਟ ਵੀਜ਼ਾ ਅਵੇਲੇਬਲ ਨਹੀਂ ਹੈ ਯੂਕੇ 'ਚ। ਸੋ ਮੋਸਟਲੀ ਉਹ ਬੱਚੇ ਅਪਲਾਈ ਕਰਦੇ। ਹੁਣ ਸਟੂਡੈਂਟ ਵੱਲੋਂ ਕੀ ਗਲਤੀ ਹੁੰਦੀ ਹੈ ਕਿ ਸਟੂਡੈਂਟ ਦੀ ਪ੍ਰੈਫਰੈਂਸ ਜਿਹੜੀ ਹੈ ਉਹ ਇਹ ਹੁੰਦੀ ਹੈ ਕਿ ਮੇਰਾ ਸਪਾਊਸ ਮੇਰੇ ਨਾਲ ਹੀ ਟਰੈਵਲ ਕਰੇ। ਜਦੋਂ ਆਪਾਂ ਉਹਨੂੰ ਸਮਝਾ ਰਹੇ ਹਾਂ ਉਹ ਸਮਝਣ ਨੂੰ ਤਿਆਰ ਨਹੀਂ ਹੈ। ਸੈਕਿੰਡ, ਹੁਣ ਕੰਸਲਟੈਂਟ ਕਿੱਥੇ ਗਲਤੀ ਕਰਦੇ ਨੇ, ਉਹ ਆਪਣਾ ਹੀ ਪੁਆਇੰਟ ਰੱਖਣ ਦੀ ਬਜਾਏ ਵੀ ਆਪਾਂ ਕੇਸ ਨੂੰ ਪ੍ਰੋਸੈਸ ਕਰਨਾ ਜਿਵੇਂ ਸਟੂਡੈਂਟ ਕਹਿੰਦਾ ਉਹ ਉਹਨੂੰ ਮਨਾ ਲੈਂਦੇ ਕਿ ਆਪਾਂ ਇਦਾਂ ਹੀ ਅਪਲਾਈ ਕਰ ਦਾਂਗੇ। ਇੱਥੇ ਕੰਸਲਟੈਂਟ ਗਲਤ ਹੈ ਕਿ ਕੋਈ ਕੰਸਲਟੈਂਟ ਦਾ ਕੰਮ ਸਿਰਫ ਵੀਜ਼ਾ ਫਾਈਲ ਕਰਨਾ ਨਹੀਂ ਹੋਣਾ ਚਾਹੀਦਾ। ਕੰਸਲਟੈਂਟ ਦਾ ਕੰਮ ਵੀਜ਼ਾ ਲੈਣ ਦਾ ਔਰ ਸਟੂਡੈਂਟ ਨੂੰ ਕਰੀਅਰ ਨੂੰ ਇਨੀਸ਼ੀਏਸ਼ਨ ਦੇਣ ਦਾ ਹੋਣਾ ਚਾਹੀਦਾ ਹੈ। ਉਹ ਸਪਾਰਕ ਦੇਣਾ ਜ਼ਰੂਰੀ ਹੈ ਜਿੱਥੋਂ ਇੱਕ ਸਟੂਡੈਂਟ ਆਪਣੇ ਕਰੀਅਰ ਦੀ ਸ਼ੁਰੂਆਤ ਜਿਹੜੀ ਹੈ ਉਹ ਕਰ ਸਕੇ। ਪਰ ਕੀ ਦਿੱਕਤ ਕੀ ਹੁੰਦੀ ਹੈ ਜੇ ਨਾਲ ਹੀ ਅਪਲਾਈ ਕਰਦੇ? ਬਿਲਕੁਲ ਜੀ, ਹੁਣ ਜਿਹੜਾ ਪੁਆਇੰਟ ਹੈ ਵੀ ਕੀ ਪ੍ਰੋਬਲਮ ਹੁੰਦੀ ਹੈ, ਮੋਸਟਲੀ ਕੀ ਹੁੰਦਾ ਹੈ ਕਿ ਜੋ ਮੈਂ ਆਪਣੇ ਐਕਸਪੀਰੀਅੰਸ ਤੋਂ ਸ਼ੇਅਰ ਕਰਦਾ ਕਿ ਜਿਹੜੇ ਵੀ ਸਪਾਊਸ ਔਰ ਸਟੂਡੈਂਟ ਯਾਨੀ ਕਿ ਮੇਨ ਐਪਲੀਕੈਂਟ ਔਰ ਸਪਾਊਸ ਜਦੋਂ ਇਕੱਠੇ ਅਪਲਾਈ ਕਰਦੇ ਆ, ਉਸ ਕੇਸ ਦੇ ਵਿੱਚ ਦੇਖਿਆ ਕਿ ਇੰਟਰਵਿਊ ਚਾਂਸਸ ਆਫ ਐਮਬੈਸੀ they are very high। ਉਸ ਪੁਆਇੰਟ ਤੇ ਕੀ ਹੁੰਦਾ ਹੈ ਕਿ ਹੁਣ ਜਦੋਂ ਸਟੂਡੈਂਟ ਦਾ ਇੰਟਰਵਿਊ ਆਉਂਦਾ ਉਹਦੇ ਵਿੱਚੋਂ ਜਿਹੜੀ ਰੇਸ਼ੋ ਨਿਕਲ ਕੇ ਆਉਂਦੀ ਹੈ, ਮੋਸਟਲੀ ਸਟੂਡੈਂਟ ਉਸ ਨੂੰ ਕ੍ਰੈਕ ਨਹੀਂ ਕਰ ਪਾਉਂਦੇ। ਸੋ ਵਾਂਸ ਪ੍ਰਿੰਸੀਪਲ ਐਪਲੀਕੈਂਟ ਰਿਫਿਊਜ਼ ਹੁੰਦਾ ਤੇ ਸਪਾਊਸ ਆਟੋਮੈਟਿਕਲੀ ਨਾਲ ਰਿਜੈਕਟ ਹੁੰਦਾ, ਜਾਂ ਉਹਦਾ ਕੋਈ ਵੀ ਹੋਰ ਡਿਪੈਂਡੈਂਟ ਅਪਲਾਈ ਕਰ ਰਿਹਾ ਉਹ ਨਾਲ ਰਿਜੈਕਟ ਹੁੰਦਾ। 1 ਤੋਂ 2% ਕੇਸਿਸ ਦੀਪਕ ਜੀ ਇਹ ਵੀ ਦੇਖੇ ਗਏ ਨੇ ਜਿਹਦੇ ਵਿੱਚ ਸਟੂਡੈਂਟ ਦੀ ਇੰਟਰਵਿਊ ਹੋਣ ਤੋਂ ਬਾਅਦ ਸਪਾਊਸ ਦੀ ਇੰਟਰਵਿਊ ਵੀ ਹੋਈ ਹੈ। ਉਸ ਕੇਸ ਕੀ ਹੈ, ਇਨਫੋਰਮੇਸ਼ਨ ਮਿਸਮੈਚ। ਇਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਸੈਕਿੰਡ, ਹੁਣ ਗਲਤੀ ਕਿੱਥੇ ਕਰਦੇ ਨੇ ਸਟੂਡੈਂਟ, ਜਦੋਂ ਨਾਲ ਅਪਲਾਈ ਕਰਦੇ ਨੇ ਤਾਂ ਕਈ ਵਾਰ ਇਨਫੋਰਮੇਸ਼ਨ ਜਿਹੜੀ ਹੈ ਦੋਨਾਂ ਐਪਲੀਕੈਂਟਸ ਦੀ ਉਹ ਮਿਸਮੈਚਡ ਹੁੰਦੀ ਹੈ। ਇਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਸਟੂਡੈਂਟ ਦੇ ਵੀਜ਼ਾ ਨੂੰ ਸਕਸੈਸ ਦੇ ਵਿੱਚ ਕਨਵਰਟ ਕਰਨ ਦੇ। ਹੁਣ ਗੱਲ ਆਉਂਦੀ ਹੈ ਵੀ ਆਪਾਂ ਕਿਹੜੀਆਂ ਚੀਜ਼ਾਂ ਦੇ ਨਾਲ ਇਸ ਚੀਜ਼ ਨੂੰ 100% ਜਾਂ ਗਰੰਟੀਡ ਵੱਲ ਲੈ ਕੇ ਚੱਲ ਸਕਦੇ ਹਾਂ। ਫਸਟ ਆਫ ਆਲ, ਜਿਹੜਾ ਵੀ ਸਟੂਡੈਂਟ ਵਿਦ ਸਪਾਊਸ ਅਪਲਾਈ ਕਰ ਰਿਹਾ ਉਹਨੂੰ ਮੇਰੀ ਫਸਟ ਐਡਵਾਈਸ ਇਹੀ ਹੈ ਕਿ ਤੁਸੀਂ ਆਪਣੀਆਂ ਫਾਈਲਸ ਨੂੰ ਅਲੱਗ-ਅਲੱਗ ਲੌਂਚ ਕਰੋ। ਡੋਂਟ ਅਪਲਾਈ ਐਟ ਦਾ ਸੇਮ ਟਾਈਮ। ਜਿਹੜਾ ਪ੍ਰਿੰਸੀਪਲ ਐਪਲੀਕੈਂਟ ਹੈ, ਜਿਹੜਾ ਸਟੂਡੈਂਟ ਹੈ, ਉਹਨੂੰ ਟਰੈਵਲ ਕਰ ਲੈਣ ਦਿਓ, ਉਹਨੂੰ ਉੱਥੇ ਜਾ ਕੇ BRP ਕਾਰਡ ਲੈ ਲੈਣ ਦਿਓ। ਉਸ ਤੋਂ ਬਾਅਦ ਸਪਾਊਸ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰੇ। ਹੁਣ ਇੱਥੇ ਸਟੂਡੈਂਟ ਨੂੰ ਲੱਗਦਾ ਹੈ, ਸਪਾਊਸ ਨੂੰ ਲੱਗਦਾ ਕਿ ਮੈਨੂੰ ਤਾਂ ਬਹੁਤ ਟਾਈਮ ਲੱਗ ਜਾਏਗਾ। ਜ਼ਿਆਦਾ ਟਾਈਮ ਨਹੀਂ ਲੱਗਦਾ, ਇਟਸ ਮੀਅਰਲੀ ਅਪ ਟੂ ਮੈਕਸਿਮਮ ਆਫ 1 month ਟਾਈਮ।
ਸਟੂਡੈਂਟ ਨੂੰ ਵੀਜ਼ਾ ਆ ਗਿਆ, ਸਟੂਡੈਂਟ ਟਰੈਵਲ ਕਰ ਗਿਆ, ਟਰੈਵਲ ਕਰਨ ਤੋਂ ਬਾਅਦ ਉਹਨੂੰ ਹਫਤੇ 10 ਦਿਨ ਚ BRP ਮਿਲ ਗਿਆ, ਉਸ ਤੋਂ ਬਾਅਦ ਤੁਸੀਂ ਅਪਲਾਈ ਕਰੋ, 10-12 ਦਿਨ ਐਮਬੈਸੀ ਲੈ ਲੇਗੀ, ਤਾਂ ਉਸ ਲਈ 1 ਮੰਥ 30 to 40 ਡੇਜ਼ ਦੇ ਵਿੱਚ ਜਿਹੜਾ ਸਪਾਊਸ ਹੈ ਉਹ UK ਪਹੁੰਚ ਜਾਂਦਾ। ਹੁਣ ਇਹਦੇ ਵਿੱਚ ਕੀ ਹੈ ਕਿ ਕਈ ਵਾਰ ਆਪਾਂ ਦੇਖਦੇ ਹਾਂ ਸਟੂਡੈਂਟ ਦਾ ਵੀਜ਼ਾ ਕਿਸੇ ਕੰਸਲਟੈਂਟ ਤੋਂ ਆਇਆ ਔਰ ਉਹਦਾ ਸਪਾਊਸ ਜਿਹੜਾ ਉਹ ਕਿਸੇ ਹੋਰ ਕੰਸਲਟੈਂਟ ਤੋਂ ਜਾ ਕੇ ਅਪਲਾਈ ਕਰ ਰਿਹਾ। ਉਸ ਕੇਸ ਦੇ ਵਿੱਚ ਜਿਹੜਾ ਵੀ ਕੈਂਡੀਡੇਟ ਇਸ ਤਰੀਕੇ ਨਾਲ ਆਪਣੀ ਫਾਈਲ ਲੌਂਚ ਕਰ ਰਿਹਾ ਉਹ ਆਪਣੀ ਇਨਫੋਰਮੇਸ਼ਨ ਨੂੰ ਜ਼ਰੂਰ ਕ੍ਰਾਸ ਵੈਰੀਫਾਈ ਕਰੇ। ਜਿੱਥੋਂ ਵੀ ਤੁਸੀਂ ਆਪਣੇ ਪ੍ਰਿੰਸੀਪਲ ਐਪਲੀਕੈਂਟ ਦਾ ਸਟੂਡੈਂਟ ਦਾ ਵੀਜ਼ਾ ਲਵਾਇਆ ਉਹਦੇ ਐਪਲੀਕੇਸ਼ਨ ਫਾਰਮ 'ਚ ਕੀ ਇਨਫੋਰਮੇਸ਼ਨ ਦਿੱਤੀ ਗਈ ਹੈ, ਬਿਲਕੁਲ ਵੱਧਦੇ ਆ ਜੀ, ਕੀ ਇਨਫੋਰਮੇਸ਼ਨ ਦਿੱਤੀ ਗਈ ਹੈ। ਸਿਮਿਲਰਲੀ ਉਸੇ ਇਨਫੋਰਮੇਸ਼ਨ ਨੂੰ ਦੁਬਾਰਾ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਜਾਣਾ ਵੀ ਬਹੁਤ ਇੰਪੋਰਟੈਂਟ ਹੈ, ਅਦਰਵਾਈਜ਼ ਮਿਸਮੈਚ ਕਨਸੈਪਟ ਦੇ ਉੱਤੇ ਤੁਹਾਡਾ ਐਪਲੀਕੇਸ਼ਨ ਜਿਹੜੀ ਹੈ ਉਹ ਰਿਜੈਕਟ ਕਰ ਦਿੱਤੀ ਜਾਏਗੀ। ਥਰਡ, ਹੁਣ ਡਾਕੂਮੈਂਟਸ ਤੇ ਗੱਲ ਆਉਂਦੀ ਹੈ। ਫਸਟ ਆਫ ਆਲ ਜਿਹੜਾ ਵੀ ਸਪਾਊਸ ਆਪਣੀ ਫਾਈਲ ਲੌਂਚ ਕਰ ਰਿਹਾ, ਅਗਰ ਉਹ ਚਾਹੁੰਦਾ ਹੈ ਕਿ ਮੇਰਾ 100% ਸਕਸੈਸ ਰਵੇ, ਉਹਦੇ ਪਾਸਪੋਰਟ ਦੇ ਉੱਤੇ ਉਹਦੇ ਵਾਈਫ ਦਾ ਜਾਂ ਸਪਾਊਸ ਦਾ ਨਾਮ ਹੋਣਾ ਜ਼ਰੂਰੀ ਹੈ, ਜਿਹੜਾ ਕਿ ਸਟੂਡੈਂਟ ਹੈ ਇਸ ਵੇਲੇ UK ਦੇ ਵਿੱਚ। ਮੋਸਟਲੀ ਆਪਾਂ ਦੇਖਦੇ ਹਾਂ ਪਾਸਪੋਰਟ ਦੇ ਉੱਤੇ ਨਾਮ ਨਹੀਂ ਚੜਿਆ ਹੁੰਦਾ, ਇਹ ਇੱਕ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਕਰਦਾ ਹੈ। ਸੋ ਜਦੋਂ ਵੀ ਤੁਸੀਂ ਸਪਾਊਸ ਐਪਲੀਕੇਸ਼ਨ ਲੌਂਚ ਕਰਨੀ ਹੈ, ਤੁਹਾਡੇ ਸਪਾਊਸ ਦਾ ਨਾਮ ਤੁਹਾਡੇ ਪਾਸਪੋਰਟ ਦੇ ਉੱਤੇ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਡਾਕੂਮੈਂਟਸ ਦੀ ਗੱਲ ਆਉਂਦੀ ਹੈ। ਸਭ ਤੋਂ ਇੰਪੋਰਟੈਂਟ ਡਾਕੂਮੈਂਟ ਹੈ ਜੀ ਤੁਹਾਡਾ ਮੈਰਿਜ ਰਜਿਸਟਰਡ ਸਰਟੀਫਿਕੇਟ। ਇਹ ਪ੍ਰੋਪਰਲੀ ਤੁਹਾਡੇ ਕੋਲ ਹੋਣਾ ਚਾਹੀਦਾ, ਉਹਦੇ 'ਚ ਕੋਈ ਵੀ ਐਰਰ ਨਹੀਂ ਹੋਣਾ ਚਾਹੀਦਾ। ਕਈ ਵਾਰ ਕੀ ਹੁੰਦਾ ਵੀ ਸਰਕਾਰੀ ਡਾਕੂਮੈਂਟ ਹੈਗਾ ਉਹਨਾਂ 'ਚ ਕਈ ਗਲਤੀਆਂ ਹੁੰਦੀਆਂ ਨੇ, ਕੈਂਡੀਡੇਟ ਬਣਾ ਲੈਂਦੇ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਇੰਨੇ ਨਾਲ ਫਰਕ ਨਹੀਂ ਪੈਣ ਲੱਗਾ। ਇਹ ਬਹੁਤ ਆਪਾਂ ਸਟੇਟਮੈਂਟ ਸੁਣਦੇ ਆ। ਰੀਸੈਂਟਲੀ ਇੱਕ ਸਟੂਡੈਂਟ ਸੀ, ਉਹਨੇ ਬਰਥ ਸਰਟੀਫਿਕੇਟ ਆਪਣਾ ਬਣਾਉਣਾ ਸੀ, ਉਹ ਜਦੋਂ ਬਣਾਉਣ ਗਿਆ ਤਾਂ ਉਹਦੇ ਐਡਰੈਸ ਦੇ ਵਿੱਚ ਗਲਤੀ ਹੋ ਗਈ, ਤਾਂ ਉਹ ਅਗਲੇ ਜਿਹੜੇ ਉਹਨੂੰ ਬੰਦੇ ਹੋਏ ਕਹਿ ਰਹੇ ਸੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਬਿਲਕੁਲ ਫਰਕ ਪੈਂਦਾ। ਐਡਰੈਸ ਦੇ ਵਿੱਚ ਚੇਂਜ ਹੋਣ ਦਾ ਮਤਲਬ ਕੀ ਹੈ, that you are not a resident of that place। ਬਾਕੀ ਡਾਕੂਮੈਂਟਸ ਦੇ ਉੱਤੇ ਅਗਰ ਉਹ ਚੀਜ਼ ਡਿਫਰੈਂਟ ਹੈ ਤਾਂ ਉਸ ਡਾਕੂਮੈਂਟ ਦੇ ਡਿਫਰੈਂਟ, ਤਾਂ that means ਉਹ ਸਾਰਾ ਟੋਟਲ ਮਿਸਮੈਚ ਹੈ। ਸੋ ਮੈਰਿਜ ਸਰਟੀਫਿਕੇਟ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਐਰਰ ਨਾ ਹੋਵੇ। ਜਦੋਂ ਸਕੈਨ ਕਰਨਾ ਹੈ ਤਾਂ ਕਲੀਅਰਲੀ ਉਹ ਸਕੈਨ ਹੋ ਕੇ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਐਡੀਸ਼ਨਲੀ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਆਪਣੇ ਮੈਰਿਜ ਦਾ ਕਾਰਡ ਲਾ ਸਕਦੇ ਹੋ, ਮੈਰਿਜ ਦੀਆਂ ਪਿਕਸ ਲਾ ਸਕਦੇ ਹੋ, ਕੋਈ ਜੁਆਇੰਟ ਅਕਾਊਂਟ ਹੈਗਾ ਤਾਂ ਉਹ ਪ੍ਰੋਡਿਊਸ ਕਰ ਸਕਦੇ ਹੋ। ਸੋ ਇਹ ਅਗਰ ਮਿਨੀਮਮ ਤੁਸੀਂ 4 to 5 ਡਾਕੂਮੈਂਟ ਪ੍ਰੋਡਿਊਸ ਕਰਦੇ ਹੋ ਆਪਣੇ ਸਪਾਊਸ ਐਪਲੀਕੇਸ਼ਨ ਦੇ ਨਾਲ, ਤਾਂ ਡੈਫੀਨੇਟਲੀ ਤੁਹਾਡੀ ਸਪਾਊਸ ਐਪਲੀਕੇਸ਼ਨ ਦੇ ਉੱਤੇ 100% ਜਿਹੜਾ ਉਹ ਵੀਜ਼ਾ ਸਕਸੈਸ ਰਹਿੰਦਾ। ਲਾਸਟ ਦੇ ਵਿੱਚ ਇੱਕ ਸਵਾਲ ਇਹ ਵੀ ਪੁੱਛੂੰਗਾ ਕਿ ਸਪਾਊਸ ਐਪਲੀਕੇਸ਼ਨ ਜਿਹੜੀ ਲਗਾਉਂਦੇ ਨੇ UK ਨੂੰ ਪ੍ਰੈਫਰ ਕਰਨ ਨੂੰ ਕਿਹਾ ਜਾਂਦਾ ਹੈ, ਉਹ ਕਿਉਂ ਕਿਹਾ ਜਾਂਦਾ, ਕੀ ਬੈਨੀਫਿਟਸ ਨੇ? ਦੇਖੋ ਜੀ, ਸਪਾਊਸ ਐਪਲੀਕੇਸ਼ਨ ਪ੍ਰੈਫਰ ਇਸ ਲਈ ਮੋਸਟਲੀ ਸਟੂਡੈਂਟ ਕਰਦੇ ਨੇ, ਔਰ ਇਹਦਾ ਸਭ ਤੋਂ ਵੱਡਾ ਬੈਨੀਫਿਟ ਕੀ ਹੈ। ਇੱਕ ਸਟੂਡੈਂਟ ਜਿਹੜਾ ਪੜ੍ਹਨ ਲਈ ਜਾ ਰਿਹਾ ਹੈ, ਆਮ ਤੌਰ ਤੇ ਆਪਾਂ ਦੇਖਦੇ ਹਾਂ ਕੈਨੇਡਾ ਦੇ ਵਿੱਚ ਤੇ ਉਹਨੂੰ ਨਾਲ ਕੰਮ ਵੀ ਕਰਨਾ ਪੈਂਦਾ ਹੈ, ਫਿਰ ਉਹਦੀ ਸਟੱਡੀ ਵੀ ਸਫਰ ਕਰਦੀ ਹੈ। ਇੱਥੇ ਉਹਨੂੰ ਬੈਨੀਫਿਟ ਕੀ ਹੁੰਦਾ ਹੈ ਵੀ ਜਿਹੜਾ ਉਹਦਾ ਸਪਾਊਸ ਨਾਲ ਜਾਂਦਾ ਹੈ ਉਹਨੂੰ ਫੁੱਲ ਟਾਈਮ ਵਰਕ ਰਾਈਟਸ ਮਿਲਦੇ ਆ ਜੀ, ਠੀਕ ਹੈ। ਹੁਣ ਸਟੂਡੈਂਟ ਫੋਕਸ ਕਰ ਸਕਦਾ ਹੈ ਆਪਣੀ ਐਜੂਕੇਸ਼ਨ ਦੇ ਉੱਤੇ। ਸਟੂਡੈਂਟ ਨੂੰ ਵੀ ਮਿਲਦੇ ਨੇ, ਬਟ ਉਹਦਾ ਸਪਾਊਸ ਅਗਰ ਨਾਲ ਜਾ ਰਿਹਾ ਤਾਂ ਉਹ ਮਿਲ ਕੇ ਵੀ ਜਿਹੜਾ ਆਪਣਾ ਅਰਨਿੰਗ ਜੋ ਵੀ ਕਰ ਰਹੇ ਨੇ ਦੈਟ ਇਜ਼ ਸਫੀਸ਼ੀਐਂਟ ਕਿ ਉਹਨੂੰ ਨਾਰਮਲ ਆਪਣੇ ਲਿਵਿੰਗ ਜਿਹੜੀ ਹੈਗੀ ਆ ਉਹਨੂੰ ਅਕਮੋਡੇਟ ਕਰ ਸਕਦੇ ਆ। ਸੋ ਉਸ ਪੁਆਇੰਟ ਆਫ ਵਿਊ ਉੱਤੇ ਸਟੂਡੈਂਟ ਜਿਹੜਾ ਹੈ ਉਹ ਪ੍ਰੋਪਰਲੀ ਫੋਕਸ ਕਰ ਸਕਦੇ ਆਪਣੇ ਐਜੂਕੇਸ਼ਨ ਦੇ ਉੱਤੇ, ਐਂਡ ਇੱਕ ਅੱਛੇ ਕ੍ਰੈਡੈਂਸ਼ੀਅਲਸ ਦੇ ਨਾਲ ਜਦੋਂ ਆਪਣੀ ਮਾਸਟਰਸ ਡਿਗਰੀ ਅਚੀਵ ਕਰਦਾ ਤਾਂ ਉਹਦੇ ਕੋਲ ਫਿਊਚਰ ਪ੍ਰੋਸਪੈਕਟਸ ਜਿਹੜੇ UK ਦੇ ਵਿੱਚ ਹੈ, ਜਿਹੜੇ ਸੈਟਲਮੈਂਟ ਆਪਾਂ ਸੁਣਦੇ ਆ ਕਿ UK 'ਚ PR ਨਹੀਂ ਮਿਲਦੀ, ਉਹ ਇਸ ਕਰਕੇ ਨਹੀਂ ਮਿਲਦੀ ਕਿ ਜਿਹੜਾ UK ਬੰਦਾ ਜਾਂਦਾ ਹੈ ਉਹਨੂੰ ਪੜ੍ਹਨਾ ਪੈਂਦਾ ਹੈ, ਔਰ ਜਿਹੜਾ ਨਹੀਂ ਪੜ੍ਹਦਾ ਉਹਨੂੰ ਨਹੀਂ ਮਿਲਦੀ। ਜਿਹੜਾ ਇੱਕ ਸਹੀ ਤਰੀਕੇ ਨਾਲ ਪੜ੍ਹਦਾ ਹੈ, ਸਕਿੱਲ ਗੇਨ ਕਰਦਾ ਹੈ, ਉਹ PR ਜ਼ਰੂਰ UK ਦੀ ਲੈਂਦਾ ਹੈ। ਸੋ ਇਹਨਾਂ ਕੇਸਿਸ ਦੇ ਵਿੱਚ ਸਪਾਊਸ ਵਾਲੀਆਂ ਐਪਲੀਕੇਸ਼ਨਸ ਸਭ ਤੋਂ ਵੱਡਾ ਐਡਵਾਂਟੇਜ ਸਟੂਡੈਂਟ ਦੇ ਲਈ ਇਹ ਰਹਿੰਦਾ ਹੈ ਜੀ। ਸੋ ਦੋਸਤੋ, ਉਮੀਦ ਹੈ ਕਿ ਸਪਾਊਸ ਦੇ ਜਿਹੜੇ ਐਪਲੀਕੇਸ਼ਨ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਉਹ ਬਹੁਤ ਹੀ ਕੁਝ ਪੁਆਇੰਟਸ ਇੰਪੋਰਟੈਂਟ ਤੁਹਾਡੀ ਸਮਝ ਦੇ ਵਿੱਚ ਆਏ ਹੋਣਗੇ। ਇਹਨਾਂ ਦਾ ਤੁਸੀਂ ਜ਼ਰੂਰ ਧਿਆਨ ਰੱਖੋ ਆਪਣੀ ਫਾਈਲ ਲਗਾਉਣ ਲੱਗਿਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਲੇਟੈਸਟ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।